ਉਸੇ ਬੰਦੇ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਦੁਨੀਆ ਸਿੱਖ ਚੈਨਲ ਵੇਖ ਰਹੀਆਂ ਸਾਰੀਆਂ ਸੰਗਤਾਂ ਦਾ ਤੁਹਾਡਾ ਅਸੀਂ ਇਸ ਬ੍ਰੇਕਫਾਸਟ ਸ਼ੋਅ ਦੇ ਵਿੱਚ ਬਹੁਤ ਹੀ ਨਿੱਘਾ ਸਵਾਗਤ ਕਰਦੇ ਹਾਂ ਜੀ। ਤੇ ਅੱਜ ਦਿਨ ਦੀ ਸ਼ੁਰੂਆਤ ਕੁਝ ਠੰਡਾ ਦਿਨ ਹੈ, ਕਈਆਂ ਥਾਵਾਂ ਤੇ ਕੋਰਾ ਵੀ ਜੰਮਿਆ ਤੇ ਕਈਆਂ ਥਾਵਾਂ ਤੇ ਬਾਰਿਸ਼ ਜਿਹੜੀ ਆ ਉਹ ਹੋ ਰਹੀ ਆ। ਸੋ ਦਿਨ ਦੀ ਸ਼ੁਰੂਆਤ ਅਸੀਂ ਇਸ ਗੱਲ ਨਾਲ ਜ਼ਰੂਰ ਕਰਦੇ ਹਾਂ ਬ੍ਰੇਕਫਾਸਟ ਸ਼ੋਅ ਦੇ ਵਿੱਚ ਕਿ ਤੁਹਾਡੀ ਸਭ ਦੀ ਚੜ੍ਹਦੀ ਕਲਾ ਦੀ ਅਰਦਾਸ ਹੈ ਜੀ। ਸਿੱਖ ਚੈਨਲ ਦੇ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਹੈ। ਸਿੱਖ ਚੈਨਲ ਤੁਹਾਡਾ ਆਪਣਾ ਚੈਨਲ ਹੈ ਜੀ। ਬ੍ਰੇਕਫਾਸਟ ਸ਼ੋਅ ਤੁਹਾਨੂੰ ਪਤਾ ਕਿ ਪਿਛਲੇ ਕੁਝ ਸਮੇਂ ਤੋਂ ਇਹ ਬੰਦ ਸੀ, ਲੇਕਿਨ ਦੁਬਾਰਾ ਫਿਰ ਸ਼ੁਰੂ ਕੀਤਾ ਗਿਆ 3-4 ਵੀਕਾਂ ਤੋਂ। ਸੋ ਇਹਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਮੌਜੂਦਾ ਖਬਰਾਂ ਜਾਂ ਕਿਸੇ ਹੋਰ ਇੰਟਰਵਿਊ ਤੁਹਾਨੂੰ ਸੁਣਾਈਏ ਜਿਹੜੀ ਹੈ। ਸੋ ਅੱਜ ਦਿਨ ਹੈ ਜੀ ਸੋਮਵਾਰ ਦਾ ਦਿਨ ਹੈ ਤੇ ਇਹਦੇ ਵਿੱਚ ਆਪਾਂ ਅੱਜ ਵਿਚਾਰਾਂ ਕਰਾਂਗੇ। ਸਭ ਤੋਂ ਪਹਿਲਾਂ ਜਿਹੜੀ ਇੱਕ ਖਬਰ ਬਹੁਤ ਦੁਖਦਾਈ ਖਬਰ ਹੈ ਜੀ, ਬੜੀ ਸੋ ਸੈਡ, ਕਿਉਂਕਿ ਆਪ ਨੂੰ ਪਤਾ ਕਿ ਇੰਡੀਆ ਦੇ ਵਿੱਚ ਹੀ ਨਹੀਂ ਸਾਰੇ ਵਰਲਡ ਦੇ ਵਿੱਚ ਸਨਮਾਨ ਜਿਹਨੇ ਪਾਇਆ ਹੈ ਉਹ ਹੈ ਜੀ ਲਤਾ ਮੰਗੇਸ਼ਕਰ। ਲਤਾ ਮੰਗੇਸ਼ਕਰ ਨੇ ਸਾਡੀ ਪੰਜਾਬੀ ਜ਼ੁਬਾਨ ਦੇ ਵਿੱਚ ਬਹੁਤ ਵਧੀਆ ਸ਼ਬਦ ਜਿਹੜੇ ਨੇ, ਗੁਰਬਾਣੀ ਦੇ ਸ਼ਬਦ, ਉਹ ਵੀ ਗਾਇਨ ਕੀਤੇ ਨੇ ਜੀ। ਲਤਾ ਮੰਗੇਸ਼ਕਰ ਜੀ ਜਿਹੜੇ ਇਹ 36 ਲੈਂਗੁਏਜ ਦੇ ਵਿੱਚ ਇਹਨਾਂ ਨੇ ਜਿਹੜੇ ਗੀਤ ਗਾਏ ਆ ਇਹਨਾਂ ਨੇ। ਔਰ ਫਿਲਮਾਂ ਦੇ ਵਿੱਚ ਆਪਾਂ ਨੂੰ ਪਤਾ ਕਿ ਜਿਸ ਫਿਲਮ ਦੇ ਵਿੱਚ ਲਤਾ ਮੰਗੇਸ਼ਕਰ ਜੀ ਦਾ ਗੀਤ ਹੋਇਆ ਕਰਦਾ ਸੀ ਉਹ ਫਿਲਮ ਹਮੇਸ਼ਾ ਹੀ ਹਿੱਟ ਹੋ ਜਾਂਦੀ ਸੀਗੀ ਤੇ ਬਹੁਤ ਹੀ ਵਧੀਆ ਗੀਤ ਇਹਨਾਂ ਦੇ ਗਾਏ ਹੋਏ ਨੇ। ਖਾਸ ਕਰਕੇ ਇਹਨਾਂ ਦਾ ਇੱਕ ਗੀਤ ਜਿਸ ਨੂੰ ਸੁਣ ਕੇ ਜਵਾਹਰ ਲਾਲ ਨਹਿਰੂ ਜੀ ਵੀ ਰੋ ਪਏ ਸਨ। ਕਦੇ ਉਹ ਰੋਏ ਨਹੀਂ ਸਨ, ਕਦੇ ਉਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਨਹੀਂ ਆਏ ਸਨ, ਲੇਕਿਨ ਜਦੋਂ ਲਤਾ ਮੰਗੇਸ਼ਕਰ ਜੀ ਦੇ ਵੱਲੋਂ ਇਹ ਗੀਤ ਗਾਇਆ ਗਿਆ ਕਿ ਐ ਮੇਰੇ ਵਤਨ ਕੇ ਲੋਗੋ ਜ਼ਰਾ ਆਂਖ ਮੇਂ ਭਰ ਲੋ ਪਾਣੀ, ਜਦੋਂ ਇਹ ਗੀਤ ਗਾਇਆ ਤੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਵੀ ਅਥਰੂ ਆ ਗਏ ਸਨ। ਤੇ ਜਦੋਂ ਉਹਨਾਂ ਦੀ ਮਿਲਣੀ ਦੁਆਰਾ ਫਿਰ ਬੰਬੇ ਦੇ ਵਿੱਚ ਲਤਾ ਮੰਗੇਸ਼ਕਰ ਜੀ ਦੇ ਨਾਲ ਹੁੰਦੀ ਆ ਤੇ ਉਸ ਵਕਤ ਫਿਰ ਪੰਡਿਤ ਜਵਾਹਰ ਲਾਲ ਜੀ ਨਹਿਰੂ ਉਹਨਾਂ ਨੇ ਫਿਰ ਇਸ ਗੀਤ ਦੀ ਮੰਗ ਕੀਤੀ ਸੀ ਕਿ ਲਤਾ ਜੀ ਇਹ ਗੀਤ ਮੈਨੂੰ ਦੁਬਾਰਾ ਫੇਰ ਸੁਣਾਓ। ਸੋ ਇੱਕ ਨਹੀਂ, ਉਹਨਾਂ ਦੇ 30,000 ਤੋਂ ਵੱਧ ਜਿਹੜੇ ਗੀਤ ਇਸ ਵੇਲੇ ਫਿਲਮਾਂ ਦੇ ਵਿੱਚ ਜਾਂ ਉਸ ਤੋਂ ਇਲਾਵਾ ਵੀ ਉਹਨਾਂ ਦੇ ਜਿਹੜੇ ਉਹ ਰਿਕਾਰਡ ਹੋ ਚੁੱਕੇ ਨੇ ਔਰ ਉਹਨਾਂ ਦੀ ਆਵਾਜ਼ ਹਮੇਸ਼ਾ ਸਾਡੇ ਵਿੱਚ ਗੂੰਜਦੀ ਰਹੇਗੀ, ਅਮਰ ਆਵਾਜ਼ ਹੈ। ਗੱਲ ਕਰਾਂ ਜੇ ਮੁਹੰਮਦ ਰਫੀ ਸਾਹਿਬ ਜੀ ਵੀ, ਉਹਨਾਂ ਦੀ ਵੀ ਆਵਾਜ਼ ਵੇਖੋ। ਤੇ ਜਦੋਂ ਇਹ ਦੋਏ ਇੱਕ ਫਿਲਮ ਦੇ ਵਿੱਚ ਗੀਤ ਗਾਇਆ ਕਰਦੇ ਸਨ ਤੇ ਫਿਲਮ ਸੁਭਾਵਿਕ ਬੜੀ ਹਿੱਟ ਹੋ ਜਾਂਦੀ ਸੀ। ਸੋ ਇੱਕ ਬਹੁਤ ਵੱਡੀ ਘਾਟਾ ਜਿਹੜਾ ਉਹ ਇਸ ਵੇਲੇ ਸੰਗੀਤ ਦੀ ਦੁਨੀਆ ਦੇ ਵਿੱਚ ਸੰਗੀਤ ਦੇ ਪ੍ਰੇਮੀਆਂ ਨੂੰ ਉਹ ਇੱਕ ਬਹੁਤ ਵੱਡਾ ਘਾਟਾ ਪਿਆ ਜੀ, ਜਿਹੜਾ ਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ। ਬੇਸ਼ੱਕ ਇਹ 5 ਭੈਣ ਭਰਾ ਸਨ। ਊਸ਼ਾ ਮੰਗੇਸ਼ਕਰ ਜੀ ਵੀ ਇਹਨਾਂ ਦੇ ਸਿਸਟਰ ਨੇ, ਮੀਨਾ ਮੰਗੇਸ਼ਕਰ ਜੀ ਵੀ ਇਹਨਾਂ ਦੇ ਸਿਸਟਰ ਨੇ, ਦੀਨਾ ਨਾਥ ਇਹਨਾਂ ਦੇ ਪਿਤਾ ਜੀ ਸਨ ਜਿਹੜੇ ਇਹਨਾਂ ਨੂੰ ਵਿਰਸੇ ਦੇ ਵਿੱਚ ਇਹ ਜਿਹੜੀ ਸੰਗੀਤ ਦੀ ਵਿਦਿਆ ਲਤਾ ਮੰਗੇਸ਼ਕਰ ਜੀ ਨੂੰ ਇੱਕ ਵਿਰਸੇ ਦੇ ਵਿੱਚ ਹੀ ਮਿਲੀ ਸਨ। ਬੇਸ਼ੱਕ ਇਹਨਾਂ ਦੇ ਮਾਤਾ ਜੀ ਉਹ ਤਾਂ ਇੱਕ ਨਹੀਂ ਸੀ ਉਹ ਉਹਨਾਂ ਦੇ ਵਿੱਚ ਸੰਗੀਤ ਦਾ ਕੋਈ ਐਸੀ ਗੱਲ, ਪਰ ਉਹ ਇੱਕ ਘਰ ਦਾ ਕੰਮ ਬਹੁਤ ਵਧੀਆ ਕਰਦੇ ਸਨ ਤੇ ਇਹਨਾਂ ਬੱਚਿਆਂ ਦੀ ਦੇਖਭਾਲ ਉਹਨਾਂ ਨੇ ਕੀਤੀ ਹੈ। ਦੀਨਾ ਨਾਥ ਜੀ ਜਿਹੜੇ ਸੀ ਉਹ ਸੰਗੀਤ ਦੇ ਬਹੁਤ ਮਾਹਰ ਸਨ ਤੇ ਉਹ ਸਿਖਾਉਣ ਦਾ ਵੀ ਕੰਮ ਕਰਦੇ ਸਨ। ਸੋ ਉਹਨਾਂ ਦੇ ਪਾਸੋਂ ਹੀ ਲਤਾ ਮੰਗੇਸ਼ਕਰ ਜੀ ਜਿਹੜੇ ਉਹਨਾਂ ਨੂੰ ਇਹ ਰਾਗ ਵਿਦਿਆ ਜਿਹੜੀ ਹੈ ਉਹ ਪ੍ਰਾਪਤ ਹੋਈ ਹੈ। ਕਹਿੰਦੇ ਕਿ ਜਦੋਂ ਇਹਨਾਂ ਦੀ ਉਮਰ ਕੋਈ ਤਕਰੀਬਨ 6 ਸਾਲ ਦੀ ਉਮਰ ਸੀਗੀ ਲਤਾ ਮੰਗੇਸ਼ਕਰ ਜੀ ਦੀ, ਤੇ ਜਦੋਂ ਉਹ ਇੱਕ ਆਪਣੇ ਸ਼ਾਗਿਰਦ ਨੂੰ ਦੀਨਾ ਨਾਥ ਜੀ ਇਹਨਾਂ ਦੇ ਪਿਤਾ ਜੀ ਸਿਖਾ ਰਹੇ ਸਨ, ਉਹ ਸੀਗਾ ਰਾਗ ਧਨਾਸਰੀ ਪੂਰੀਆ। ਇਹ ਰਾਗ ਜਿਹੜਾ ਸਿਖਾ ਰਹੇ ਸਨ ਤੇ ਉਸ ਰਾਗ ਦੇ ਜਦੋਂ ਸਿਖਾਉਂਦੇ ਤੇ ਉਹ ਬਾਹਰ ਚਲੇ ਗਏ। ਜਦੋਂ ਬਾਹਰ ਗਏ ਤੇ ਬਿਲਕੁਲ ਕਹਿੰਦੇ ਲਤਾ ਜੀ ਨੇ ਉਹਨਾਂ ਸੁਰਾਂ ਦੇ ਵਿੱਚ ਹੀ ਉਹਨਾਂ ਦੀ ਗੈਰ ਹਾਜ਼ਰੀ ਵਿੱਚ, ਲੇਕਿਨ ਉਹ ਬਾਹਰ ਸੁਣ ਰਹੇ ਸਨ ਕਿ ਕੌਣ ਗਾ ਰਿਹਾ। ਕਹਿੰਦੇ ਲਤਾ ਜੀ ਨੇ ਜਦੋਂ ਇਹ ਗਾਇਆ ਉਸੇ ਰਾਗ ਦੇ ਵਿੱਚ ਗਾਤਾ, ਏਡੀ ਵੱਡੀ ਕੈਚ ਜਿਹੜੀ ਉਹਨਾਂ ਦਿਮਾਗ ਦੀ ਸੀਗੀ, ਉਹ ਕੈਚਿੰਗ ਕਰਕੇ ਦੇਖੋ ਉਹਨਾਂ ਨੇ ਜਦੋਂ ਗਾਇਆ ਤੇ ਉਹ ਆਖਣ ਲੱਗੇ, ਫਿਰ ਆਪਣੇ ਪਤਨੀ ਨੂੰ ਕਹਿਣ ਲੱਗੇ, ਕਹਿੰਦੇ ਵੀ ਆਪਣੇ ਘਰ ਦੇ ਵਿੱਚ ਬਹੁਤ ਵਧੀਆ ਸੰਗੀਤ ਆ ਤੇ ਆਪਾਂ ਨੂੰ ਕਿਤੇ ਭਾਲਣ ਦੀ ਲੋੜ ਨਹੀਂ ਗਈ, ਇੰਨੀ ਵਧੀਆ ਸੁਰੀਲੀ ਆਵਾਜ਼ ਹੈ। ਤੇ ਇਸੇ ਕਰਕੇ ਨਾਈਟਿੰਗੇਲ ਆਫ ਇੰਡੀਆ ਜਿਹੜਾ ਇਹਨਾਂ ਨੂੰ ਕਿਹਾ ਜਾਂਦਾ ਸੀਗਾ ਲਤਾ ਮੰਗੇਸ਼ਕਰ ਜੀ ਨੂੰ। ਸੋ ਸਾਡੇ ਨਾਲ ਜਸਵੀਰ ਸਿੰਘ ਪੱਟੀ ਸਾਹਿਬ ਵੀ ਜੁੜੇ ਹੋਏ ਨੇ।
ਅਸੀਂ ਖਬਰਾਂ ਦੀ ਸਾਂਝ ਤੁਹਾਡੇ ਨਾਲ ਅੱਜ ਪਾਉਣੀ ਆ। ਲੇਕਿਨ ਉਸ ਤੋਂ ਪਹਿਲਾਂ ਮੈਂ ਸਾਡੇ ਪਿਆਰੇ ਦਰਸ਼ਕੋ, ਲਤਾ ਜੀ ਦਾ ਮੈਂ ਜਿਹਨਾਂ ਪਹਿਲਾਂ ਗੱਲ ਕੀਤੀ ਹੈ ਕਿ 36 ਲੈਂਗੁਏਜ ਦੇ ਵਿੱਚ ਉਹਨਾਂ ਨੇ ਗੀਤ ਗਾਏ ਨੇ ਔਰ ਸ਼ਬਦ ਗਾਏ ਨੇ, ਬਹੁਤ ਪਿਆਰੇ ਸ਼ਬਦ ਨੇ ਉਹਨਾਂ ਦੇ ਗੁਰਬਾਣੀ ਦੇ। ਆਓ ਉਹਨਾਂ ਦੇ ਵਿੱਚੋਂ ਆਪਾਂ ਇੱਕ ਸ਼ਬਦ ਜਿਹੜਾ ਹੈ ਉਹਨਾਂ ਦੀ ਆਡੀਓ ਜਿਹੜੀ ਹੈ ਆਪਾਂ ਉਹ ਸੁਣੀਏ ਤੇ ਉਹਨਾਂ ਨੇ ਕਿਸ ਤਰ੍ਹਾਂ ਇਹ ਸ਼ਬਦ ਗਾਏ ਨੇ। ਆਓ ਮੈਂ ਚਾਹਾਂਗਾ ਕਿ ਉਹਨਾਂ ਦਾ ਜਿਹੜਾ ਇੱਕ ਸ਼ਬਦ ਜਿਹੜਾ ਉਹ ਪਲੇ ਕੀਤਾ ਜਾਵੇ ਜੀ। ਆਓ ਆਪਾਂ ਫਿਰ ਉਹਨਾਂ ਦਾ ਇੱਕ ਸ਼ਬਦ ਜਿਹੜਾ ਪਹਿਲਾਂ ਸੁਣ ਲਈਏ। ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਬ੍ਰੇਕ ਟਾਈਮ ਦੇ ਵਿੱਚ ਤੁਹਾਨੂੰ ਉਹਨਾਂ ਦਾ ਇੱਕ ਹੋਰ ਸ਼ਬਦ ਜਿਹੜਾ ਉਹ ਅਸੀਂ ਤੁਹਾਨੂੰ ਸੁਣਾਵਾਂਗੇ, ਕੋਸ਼ਿਸ਼ ਕਰਾਂਗੇ, ਅਸੀਂ ਯਤਨ ਕਰਾਂਗੇ ਜੀ। ਸੋ ਆਓ ਸਭ ਆਪਣੇ ਨਾਲ ਜੁੜੇ ਹੋਏ ਨੇ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਹਿਬ ਜੀ। ਸਭ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਫਤਿਹ ਬੁਲਾਈਏ ਜੀ। ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਹਿਬ, ਇਸ ਵੇਲੇ ਤੁਹਾਨੂੰ ਦੇਸ਼ ਦੁਨੀਆ ਦੇ ਵਿੱਚ ਸਾਰੇ ਵੇਖਿਆ ਜਾ ਰਿਹਾ ਜੀ। ਜੇ ਆਪਾਂ ਗੱਲ ਕਰੀਏ ਤੇ ਲਤਾ ਮੰਗੇਸ਼ਕਰ ਜੀ, ਉਹ ਇਸ ਦੁਨੀਆ ਵਿੱਚ ਨਹੀਂ ਰਹੇ। ਸੋ ਅਰਦਾਸ ਤੇ ਆਪਾਂ ਇਹ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਜੀ। ਤੇ ਨਾਲ ਅਰਦਾਸ ਇਹ ਵੀ ਹੈ ਕਿ ਉਹਨਾਂ ਵਰਗੀ ਆਵਾਜ਼, ਇੱਕ ਸੇਮ ਤੇ ਆਵਾਜ਼ ਨਹੀਂ ਹੋ ਸਕਦੀ, ਲੇਕਿਨ ਉਹਨਾਂ ਵਰਗੀ ਆਵਾਜ਼ ਫਿਰ ਕਾਸ਼ ਕਿ ਇੰਡੀਆ ਦੇ ਵਿੱਚ ਫਿਰ ਆਵੇ, ਮੁੜ ਕੇ ਕੋਈ ਐਸਾ ਬੱਚਾ ਜਨਮ ਲਵੇ
ਕਿ ਜਿਹੜਾ ਉਹਨਾਂ ਦੀ ਬਿਲਕੁਲ ਉਸ ਤਰ੍ਹਾਂ ਦੀ ਵੀ ਆਵਾਜ਼ ਦੇ ਵਿੱਚ ਕੋਈ ਗਾ ਸਕੇ। ਪੱਟੀ ਸਾਹਿਬ ਜੀ, ਸਭ ਤੋਂ ਪਹਿਲਾਂ ਤੁਸੀਂ ਕੀ ਕਹਿਣਾ ਚਾਹੋਗੇ ਲਤਾ ਮੰਗੇਸ਼ਕਰ ਜੀ ਉਹਨਾਂ ਦੇ ਬਾਰੇ? ਵੇਖੋ ਜੀ, ਖਾਮੋਸ਼ ਹੋ ਗਈ ਸੁਰਾਂ ਦੀ ਮਲਕਾ। ਵਾਹ ਵਾਹ। ਉਹ ਸੁਰਾਂ ਦੀ ਮਲਕਾ ਸੀ, ਲੋਕਾਂ ਦੇ ਦਿਲਾਂ ਤੇ ਵਾਸ ਕਰਨ ਵਾਲੀ ਸੀ। ਜਿਹੜੀ ਗੱਲ ਤੁਸੀਂ ਪਹਿਲਾਂ ਕਹੀ ਆ ਵੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਉਹਨਾਂ ਦੀਆਂ ਅੱਖਾਂ 'ਚ ਅੱਥਰੂ ਆ ਗਏ ਸੀਗੇ, ਜੀ ਉਹ ਜਿਹੜਾ ਉਹਨਾਂ ਸ਼ਬਦ ਗਾਇਆ ਸੀ ਗਾਣਾ ਹੈ ਹੀ ਇੰਨਾ ਭਾਵਕ ਸੀਗਾ, ਹਰ ਬੰਦੇ ਨੂੰ ਭਾਵਕ ਕਰਦਾ ਸੀ। ਜੀ ਇਸੇ ਕਰਕੇ ਉਹਨਾਂ ਦੀ ਅੱਖਾਂ 'ਚ ਅੱਥਰੂ ਪੰਡਿਤ ਜਵਾਹਰ ਲਾਲ ਜੀ ਨੂੰ ਹਰ ਜਿਹੜਾ ਸੁਣਦਾ ਸੀ ਤੇ ਅੱਖਾਂ 'ਚ ਅੱਥਰੂ ਆ ਜਾਂਦੇ ਸੀ ਵੀ ਕਿੰਨੀ ਉਹਨੇ ਬਿਲਕੁਲ। ਫਿਰ ਲੈ ਉਹੀ ਹੋਣੀ, ਉਸੇ ਤਰੀਕੇ ਦੀ ਹੋਣੀ ਜਿਸ ਤਰ੍ਹਾਂ ਦਾ ਉਹਦੀ ਸ਼ਬਦਾਵਲੀ ਉਹੋ ਜਿਹੀ ਲੈ ਪੈਦਾ ਕਰਨੀ, ਹਾਰੀ ਸਾਰੇ ਵਾਸਤੇ ਰੁਕਦੀ। ਜਿਹੜੀ ਗੱਲ ਤੁਸੀਂ ਕੀਤੀ ਹੈ ਨਾ ਵੀ ਉਹ ਘਰ ਦੇ ਖਜ਼ਾਨਾ ਸੀ, ਉਹਨਾਂ ਦਾ ਆਪਣੇ ਘਰ ਖਜ਼ਾਨਾ ਹੈਗਾ ਵਾ ਸੁਰਾਂ ਦਾ, ਉਹਨਾਂ ਦਾ ਇੱਕ ਸ਼ਿਸ਼ ਜਿਹੜਾ ਸੀ ਉਹ ਰਾਗ ਕੱਢ ਰਿਹਾ ਸੀਗਾ ਜੀ। ਇਹ ਬਕਾਇਦਾ ਤੌਰ ਤੇ ਦੇਖਣ ਰਹੀ ਸੀ ਤੇ ਇਹਨੇ ਸੋਚਿਆ ਕਿ ਨਹੀਂ ਪਰਾਂ ਹੋਏ, ਗਲਤ ਕੱਢ ਰਿਹਾ ਰਾਗ। ਮੈਂ ਤੁਹਾਨੂੰ ਦੱਸਦੀ ਹਾਂ, ਜੀ ਇਹਨੇ ਜਦੋਂ ਰਾਗ ਕੱਢਿਆ ਤੇ ਉਹਦੇ ਫਾਦਰ ਬਾਅਦ ਕਿਤੇ ਬਾਥਰੂਮ ਗਏ, ਜਦੋਂ ਆਏ ਤਾਂ ਪਿੱਛੇ ਖੜ ਕੇ ਸੁਣਦੇ ਰਹੇ, ਉਹਨੂੰ ਵੇਂਦੇ ਰਹੇ। ਜੀ ਦੇਖਣ ਤੋਂ ਬਾਅਦ ਉਹਨਾਂ ਆਪਣੀ ਪਤਨੀ ਨੂੰ ਬੁਲਾਇਆ, ਕਹਿੰਦੇ ਵੀ ਲੈ ਆਪਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ, ਆਪਣੇ ਘਰ ਹੀ ਸੁਰਾਂ ਦਾ ਖਜ਼ਾਨਾ ਵਾ, ਇਹ ਬੇਟੀ ਕੁਛ ਨਾ ਕੁਛ ਬਣ ਕੇ ਵਿਖਾਏਗੀ, ਕਿਉਂਕਿ ਆਪ ਬੜੇ ਤਕੜੇ ਉਹ ਗੀਤਕਾਰ ਤੇ ਸੰਗੀਤਕਾਰ ਸਨ। ਜੀ। ਹੁਣ ਅੱਜ ਕੱਲ ਚਲੇ ਗਏ ਨੇ, 8 ਜਨਵਰੀ ਨੂੰ ਨਮੂਨੀਆ ਹੋਇਆ ਸੀਗਾ, ਕੈਂਡੀ ਹਸਪੀਟਲ ਮੁੰਬਈ 'ਚ ਦਾਖਲ ਕਰਾਇਆ ਗਿਆ ਸੀ, ਫਿਰ ਛੁੱਟੀ ਮਿਲ ਗਈ, ਫਿਰ ਵਾਪਸ ਆਉਣਾ ਪਿਆ। ਤੇ ਪਰਸੋਂ ਜਿਹੜੇ ਸੀ ਉਹਨਾਂ ਨੇ ਜਿਹੜੀ ਸਵਾਸ ਤਿਆਗ ਦਿੱਤੇ, ਕੱਲ ਸ਼ਾਮੀ ਉਹਨਾਂ ਦਾ ਸੰਸਕਾਰ ਕੀਤਾ ਗਿਆ। ਪ੍ਰਧਾਨ ਮੰਤਰੀ, ਰਾਸ਼ਟਰਪਤੀ ਸਾਰਿਆਂ ਨੇ ਬਕਾਇਦਾ ਤੌਰ ਤੇ ਉਹਨਾਂ ਦੇ ਉੱਤੇ ਜਿਹੜੀ ਸੀ ਸੋਗ ਪ੍ਰਗਟ ਕੀਤਾ ਤੇ 2 ਦਿਨ ਦਾ ਪੂਰੇ ਹਿੰਦੁਸਤਾਨ ਸਰਕਾਰੀ ਤੌਰ ਤੇ ਸੋਗ ਰੱਖਿਆ ਗਿਆ ਵਾ ਵੀ ਉਹਨਾਂ ਦੀ ਯਾਦ ਦੇ ਵਿੱਚ 2 ਦਿਨ ਦਾ ਸੋਗ ਰੱਖਿਆ ਜਾਵੇਗਾ। ਇੱਕ ਜੇ ਕਹਿ ਲਈਏ ਵੀ ਇੱਕ ਯੁੱਗ ਦਾ ਅੰਤ ਹੋ ਗਿਆ ਤੇ ਕੋਈ ਅਤ ਕਥਨੀ ਨਹੀਂ ਹੋਏਗੀ। ਅਸੀਂ ਸਤਿਗੁਰੂ ਅੱਗੇ ਅਰਦਾਸ ਕਰਦੇ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਮਾਜ਼ ਬਖਸ਼ਣ ਤੇ ਪਿੱਛੇ ਜਿਹੜਾ ਪਰਿਵਾਰ ਆ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ। ਜੀ ਬਿਲਕੁਲ ਜੀ। ਪੱਟੀ ਸਾਹਿਬ, ਆਪਾਂ ਤੇ ਸਾਡੇ ਪਿਆਰੇ ਦਰਸ਼ਕ ਇਹ ਅਰਦਾਸ ਹੀ ਆਪਾਂ ਕਰ ਸਕਦੇ ਹਾਂ, ਉਹਨਾਂ ਨੂੰ ਭਾਰਤ ਰਤਨ ਦਾ ਵੀ ਜਿਹੜਾ ਸਨਮਾਨ ਉਹਨਾਂ ਨੂੰ ਮਿਲਿਆ ਹੋਇਆ ਸੀ। ਇੱਕ ਹੀ ਨਹੀਂ, ਬਹੁਤ ਸਾਰੇ ਸਨਮਾਨ ਜਿਹੜੇ ਸੀ ਉਹਨਾਂ ਨੂੰ ਮਿਲੇ ਹੋਏ ਸਨ, ਸੋ ਬਹੁਤ ਸਨਮਾਨ ਸੀਗਾ। ਹਾਂਜੀ, ਸੋ ਆਪਾਂ ਗੱਲਬਾਤ ਕਰੀਏ ਜੀ। ਇੱਕ ਕੋਇਲ ਜਿਹੜੀ ਹੈ, ਕਿਉਂਕਿ ਪੰਜਾਬ ਦੀ ਕੋਇਲ ਮੰਨਿਆ ਜਾ ਰਿਹਾ ਸੀਗਾ ਆਪਣੇ ਸੁਰਿੰਦਰ ਕੌਰ ਜੀ, ਜਾਂ ਹੋਰ ਵੀ ਅੱਛੇ ਅੱਛੇ ਆਰਟਿਸਟ ਹੋਣੀਆਂ ਨੇ ਜਿਹੜੀਆਂ ਨਰਿੰਦਰ ਬੀਬਾ ਜੀ ਜਾਂ ਸਾਡੇ ਜਸਪਿੰਦਰ ਨਰੂਲਾ ਜੀ। ਪਿੱਛੇ ਜੇ ਆਪਾਂ ਨੂੰ ਸਿੱਖ ਚੈਨਲ ਤੋਂ ਅਸੀਂ ਉਹਨਾਂ ਦੀ ਇੰਟਰਵਿਊ ਵੀ ਕੀਤੀ ਸੀ। ਨਰੂਲਾ ਜਿਹੜੇ ਨੇ ਸਾਡੇ ਸਤਿਕਾਰਯੋਗ ਭੈਣ ਜੀ, ਉਹ ਵੀ ਫਿਲਮਾਂ ਦੇ ਵਿੱਚ ਇਸ ਵੇਲੇ ਗਾ ਰਹੇ ਨੇ। ਉਹਨਾਂ ਦੇ ਵੀ ਫਿਲਮਾਂ ਦੇ ਵਿੱਚ ਬਹੁਤ ਸਾਰੇ ਗੀਤ ਆਏ ਨੇ, ਪੰਜਾਬੀ ਫਿਲਮਾਂ ਦੇ ਵਿੱਚ ਆਏ ਨੇ, ਹਿੰਦੀ ਫਿਲਮਾਂ ਵਿੱਚ ਆਏ ਨੇ। ਉਹਨਾਂ ਦੀ ਵੀ ਆਵਾਜ਼ ਜਿਹੜੀ ਆ ਬਹੁਤ ਮਿੱਠੀ ਤੇ ਮਧੁਰ ਆਵਾਜ਼ ਆ। ਚਲੋ ਆਪਾਂ ਗੱਲਬਾਤ ਕਰੀਏ ਜੀ ਕਿ ਇੱਕ ਵਾਰ ਫਿਰ ਅਸੀਂ ਸਾਡੇ ਪਿਆਰੇ ਦਰਸ਼ਕਾਂ ਵੱਲੋਂ ਵੀ, ਸਿੱਖ ਚੈਨਲ ਦੇ ਵੱਲੋਂ ਵੀ ਬਹੁਤ ਸ਼ਰਧਾਂਜਲੀ ਜਿਹੜੀ ਹੈ ਲਤਾ ਮੰਗੇਸ਼ਕਰ ਜੀ ਉਹਨਾਂ ਨੂੰ ਅਸੀਂ ਦੇ ਰਹੇ ਹਾਂ। ਪੱਟੀ ਸਾਹਿਬ ਜੀ, ਜੇ ਆਪਾਂ ਗੱਲ ਕਰੀਏ ਅੱਜ ਦੇ ਕਾਂਗਰਸ ਦੇ ਵੱਲੋਂ ਜੋ ਉਡੀਕ ਕੀਤੀ ਜਾ ਰਹੀ ਸੀ ਔਰ ਬਹੁਤ ਰੌਲਾ ਰੱਪਾ ਪੈ ਰਿਹਾ ਸੀਗਾ ਕਿ ਮੁੱਖ ਮੰਤਰੀ ਕੌਣ ਹੋਵੇਗਾ, ਉਹ ਗੱਲ ਹੁਣ ਸਾਹਮਣੇ ਆ ਗਈ ਆ। ਬਿੱਲੀ ਕਹਿੰਦੀ ਥੈਲੀ ਤੋਂ ਬਾਹਰ ਆ ਚੁੱਕੀ ਆ ਤੇ ਚਰਨਜੀਤ ਸਿੰਘ ਚੰਨੀ ਦੁਆਰਾ ਉਹਨਾਂ ਦਾ ਹੀ ਨਾਂ ਜਿਹੜਾ ਮੁੱਖ ਮੰਤਰੀ ਵਾਸਤੇ ਉਹ ਐਲਾਨ ਕਰ ਦਿੱਤਾ ਜੀ ਹਾਈ ਕਮਾਂਡ ਦੇ ਵੱਲੋਂ। ਰਾਹੁਲ ਗਾਂਧੀ ਜੀ ਉਹਨਾਂ ਦੇ ਵੱਲੋਂ, ਕਾਂਗਰਸ ਦੇ ਵੱਲੋਂ। ਸਭ ਤੋਂ ਪਹਿਲਾਂ ਪੱਟੀ ਸਾਹਿਬ ਜੀ, ਕੀ ਕਹਿਣਾ ਚਾਹੋਗੇ ਕਿ ਏਜੰਡਾ ਜਿਹੜਾ ਸਿੱਧੂ ਸਾਹਿਬ ਜੀ ਦਾ ਉਹ ਲਾਗੂ ਹੋਏਗਾ ਕਿ ਨਹੀਂ ਹੋਏਗਾ, ਕੀ ਹੋਏਗਾ? ਸਿੱਧੂ ਸਾਹਿਬ ਖੁਸ਼ ਹਨ ਜਾਂ ਨਹੀਂ ਖੁਸ਼ ਹਨ, ਔਰ ਕੀ ਤੁਸੀਂ ਇਹਦੇ ਬਾਰੇ ਕਹਿਣਾ ਚਾਹੋ, ਕੀ ਖਬਰ ਹੈ ਜੀ? ਵੇਖੋ, ਜਦੋਂ ਰਾਹੁਲ ਗਾਂਧੀ ਜਾ ਕੇ ਹਲਵਾਰ ਏਅਰਪੋਰਟ ਤੇ ਉਤਰੇ ਨੇ ਜੀ ਤੇ ਬਕਾਇਦਾ ਤੌਰ ਤੇ ਹਯਾਤ ਹੋਟਲ 'ਚ ਪੁੱਜੇ ਨੇ, ਉੱਥੇ ਕਰੀਬ 40 ਮਿੰਟ ਦਾ ਸਟੇ ਸੀ ਤੇ 1 ਘੰਟਾ 40 ਮਿੰਟ ਕਰੀਬ 2 ਘੰਟੇ ਤੱਕ ਉੱਥੇ ਰਹੇ ਨੇ। ਉਹਨਾਂ ਚੰਨੀ ਜੀ ਨਾਲ ਵੱਖਰੀ ਗੱਲ ਕੀਤੀ ਹੈ, ਸਿੱਧੂ ਜੀ ਨਾਲ ਵੱਖਰੀ ਗੱਲ ਕੀਤੀ ਹੈ, ਸੁਨੀਲ ਜਾਖੜ ਨਾਲ ਵੱਖਰੀ ਗੱਲ ਕੀਤੀ ਹੈ, ਫਿਰ ਤਿੰਨਾਂ ਨਾਲ ਬਿਠਾ ਕੇ ਗੱਲ ਕੀਤੀ ਹੈ। ਸਿੱਧੂ ਸਾਹਿਬ ਨੇ ਇੰਨੀ ਗੱਲ ਕਹੀ ਵੀ ਮੈਂ ਹੈਗਾ ਵਾ, ਤੁਸੀਂ ਚਿੰਤਾ ਨਾ ਕਰੋ, ਤੁਹਾਡੇ ਬਾਰੇ ਅਸੀਂ ਬੜਾ ਕੁਝ ਸੋਚਿਆ ਵਾ। ਲੇਕਿਨ ਹਾਲ ਦੀ ਘੜੀ ਜੋ ਚੰਨੀ ਜੀ ਨੂੰ ਆਪਾਂ ਮੁੱਖ ਮੰਤਰੀ ਅਨਾਉਂਸ ਕਰਨਾ, ਤੁਸੀਂ ਉਹ 'ਚ ਕੋਈ ਅੜਚਨ ਨਹੀਂ ਪਾਣੀ। ਉਹਨੇ ਕਿਹਾ ਜੀ ਮੈਂ ਤੁਹਾਡਾ ਸੇਵਾਦਾਰ ਹਾਂ। ਮੇਰੇ ਫਾਦਰ ਨੇ 30 ਸਾਲ ਤੋਂ ਵੱਧ ਸਮਾਂ ਜਿਹੜੀ ਕਾਂਗਰਸ ਦੀ ਸੇਵਾ ਕੀਤੀ ਹੈ, DCC ਪਟਿਆਲਾ ਦੇ ਪ੍ਰਧਾਨ ਰਹੇ ਨੇ ਤੇ ਮੇਰੀ ਘਰ ਵਾਪਸੀ ਹੋਈ ਹੈ
13 ਸਾਲ ਮੈਂ ਬੀਜੇਪੀ 'ਚ ਰਿਹਾ ਤੇ ਬੀਜੇਪੀ 'ਚ ਮੈਂ ਜੋ ਕਰਨਾ ਚਾਹੁੰਦਾ ਸੀ ਮੈਨੂੰ ਨਹੀਂ ਕਰਨ ਦਿੱਤਾ ਗਿਆ। ਹਰ ਗੱਲ ਤੇ ਰੁਕਿਆ ਜਾਂਦਾ ਰਿਹਾ ਤੇ ਅਖੀਰ ਮੈਂ ਉੱਥੋਂ ਬਦਾਵਾ ਦੇ ਕੇ ਆ ਗਿਆ। ਅੱਜ ਮੈਂ ਤੁਹਾਡੇ ਕੋਲ ਤੇ ਮੇਰਾ ਹੁਣ ਆਖਰੀ ਸਵਾਸ ਕਾਂਗਰਸ ਵਿੱਚ ਨਿਕਲੂਗਾ, ਤੁਸੀਂ ਦਿਓਗੇ ਤਾਂ ਵੀ ਠੀਕ, ਨਹੀਂ ਤਾਂ ਵੀ ਠੀਕ, ਲੇਕਿਨ ਮੈਂ ਆਪਣਾ ਏਜੰਡਾ ਲੈ ਕੇ ਜਿਹੜਾ ਵਾ ਉਹ ਲੋਕਾਂ ਜਾਂਦਾ ਰਹੂੰਗਾ। ਉਹਦੇ ਵਿੱਚ ਬਕਾਇਦਾ ਤੌਰ ਤੇ ਉਹਨਾਂ ਨੇ ਮਾਨਤਾ ਦਿੱਤੀ ਵੀ ਚੰਨੀ ਜੀ ਨੂੰ ਅਸੀਂ ਜਿਹੜਾ ਆਪਣਾ ਚਲੋ ਲੀਡਰ ਮੰਨ ਲੈਂਦੇ ਹਾਂ, ਆਪਣਾ ਮੁੱਖ ਮੰਤਰੀ ਮੰਨ ਲੈਂਦੇ ਹਾਂ। ਜਦੋਂ ਸਟੇਜ ਤੇ ਆਏ ਨੇ 1 ਘੰਟਾ 40 ਮਿੰਟ ਲੇਟ ਆਏ ਨੇ। ਸਟੇਜ ਤੇ ਆਉਂਦਾ ਪਹਿਲਾਂ ਲਤਾ ਮੰਗੇਸ਼ਕਰ ਦੀ ਜਿਹੜੇ ਤਸਵੀਰ ਲੱਗੀ ਸੀ ਉੱਤੇ ਪੁਸ਼ਪ ਭੇਟ ਕੀਤੇ ਨੇ, ਉਹਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਗਈ। ਪਹਿਲਾਂ ਬੋਲਣ ਦਾ ਮੌਕਾ ਜਿਹੜੇ ਸੀ ਸੁਨੀਲ ਜਾਖੜ ਨੂੰ ਦਿੱਤਾ ਗਿਆ ਤਾਂ ਉਹਨਾਂ ਆਪਣੇ ਦਿਲ ਦੇ ਵਲਵਲੇ ਪੂਰੇ ਫਰੋਲੇ ਨੇ। ਉਹਨਾਂ ਨੇ 700 ਕਿਸਾਨਾਂ ਦੀ ਗੱਲ ਕੀਤੀ ਵੀ 700 ਕਿਸਾਨਾਂ ਦੀ ਮੌਤ ਲਈ ਜਿਹੜੀ ਬੀਜੇਪੀ ਦੇ ਦੋਸ਼ੀ ਹੈਗੀ ਆ, ਨਾਲ ਅਕਾਲੀ ਤੇ ਆਮ ਆਦਮੀ ਦੇ ਬਰਾਬਰ ਦੇ ਦੋਸ਼ੀ ਨੇ। ਇਹ ਪੰਜਾਬ ਦੇ ਵਿੱਚ ਕਿਸੇ ਵੀ ਵੋਟ ਦੇ ਹੱਕਦਾਰ ਨਹੀਂ। ਦੂਸਰੀ ਗੱਲ ਉਹਨਾਂ ਕੀਤੀ ਆ ਵੀ ਮੇਰੀ 68 ਸਾਲ ਦੀ ਉਮਰ ਹੋ ਗਈ ਹੈ ਤੇ ਮੈਂ ਲਗਭਗ ਸਿਆਸਤ ਸੰਨਿਆਸ ਲਿਆ, ਲੇਕਿਨ ਮੈਂ ਪਾਰਟੀ ਦੀ ਸੇਵਾ ਕਰਦਾ ਰਹੂੰਗਾ। ਚੰਨੀ ਦਾ ਨਾਂ 2 ਦਿਨ ਪਹਿਲਾਂ ਕਰ ਚੁੱਕੇ ਸੀ ਵੀ ਚਰਨਜੀਤ ਸਿੰਘ ਚੰਨੀ ਨੂੰ ਅਗਲਾ ਮੁੱਖ ਮੰਤਰੀ ਐਲਾਨ ਦਿੱਤਾ ਜਾਣਾ ਚਾਹੀਦਾ ਹੈ। ਭਾਵੇਂ ਕਿ ਉਹਨਾਂ ਇੰਨੀ ਗੱਲ ਕਹੀ ਸੀ ਵੀ ਮੇਰੇ ਹੱਕ ਦੇ ਵਿੱਚ 42 MLA ਸੀ 79 ਦੇ ਵਿੱਚੋਂ, 16 MLA ਬਕਾਇਦਾ ਤੌਰ ਤੇ ਰੰਧਾਵੇ ਦੇ ਹੱਕ ਸੀ, 12 MLA ਪ੍ਰਨੀਤ ਕੌਰ ਦੇ ਹੱਕ ਸੀ, 6 MLA ਜਿਹੜੇ ਸੀ ਉਹ ਬਕਾਇਦਾ ਤੌਰ ਤੇ ਸਿੱਧੂ ਦੇ ਹੱਕ 'ਚ, 2 MLA ਸਿਰਫ ਚੰਨੀ ਦੇ ਹੱਕ ਸੀਗੇ। ਚੰਨੀ 'ਚ ਉਸ ਖੇਡ 'ਚ ਹੈ ਹੀ ਨਹੀਂ ਸੀ ਉਸ ਟਾਈਮ ਦੇ ਉੱਤੇ ਜੀ। ਚੰਨੀ ਉਸ ਖੇਡ 'ਚ ਨਹੀਂ ਸੀਗਾ। ਆਪਣੀ ਜਿਹੜੀ ਉਹਦੀ ਹੁੰਦੀ ਹੈ ਮੁੱਖ ਮੰਤਰੀ ਐਲਾਨ ਹੁੰਦਾ, ਉਹ 2 ਘੰਟੇ ਪਹਿਲਾਂ ਕਹਿੰਦਾ ਵੀ ਮੈਂ ਇਸ ਖੇਡ 'ਚ ਸ਼ਾਮਲ ਨਹੀਂ, ਮੈਂ ਮੁੱਖ ਮੰਤਰੀ ਦਾ ਦਾਅਵੇਦਾਰ ਨਹੀਂ। ਇਹ ਤੇ ਸਿਰਫ ਜਦੋਂ ਪਹਿਲਾਂ ਨਾਂ ਲਿਆ ਗਿਆ ਸੀਗਾ ਸੁਨੀਲ ਜਾਖੜ ਦਾ, ਜਿਹਦਾ ਦਰਦ ਛਲਕਿਆ, ਜਿਹਦੇ ਬਾਰੇ ਉਹਨੇ ਇੱਕ ਆਪਣੀ ਮੀਟਿੰਗ 'ਚ ਬਕਾਇਦਾ ਤੌਰ ਤੇ ਦਰਦ ਦਾ ਕੀਤਾ ਵੀ ਮੇਰੀ ਮੁੱਖ ਮੰਤਰੀ ਦੀ ਸ਼ਿਪ ਦੇ ਵਿੱਚ ਜਿਹੜਾ ਸੀ ਰੋੜਾ ਟਿਕਾਉਣ ਵਾਲੇ ਜਿਹੜੇ ਸੀ ਉਹ ਜਿਹੜੇ ਨਾ ਉਹਨਾਂ ਮਾੜੀ ਕੀਤੀ, ਉਹਨਾਂ ਨੂੰ 6 ਵੋਟਾਂ ਮਿਲੀਆਂ ਸੀ ਤੇ ਮੈਨੂੰ 42 ਮਿਲੀਆਂ ਸੀ। ਹੁਣ ਉਹਦੇ ਵਿੱਚ ਜਦੋਂ ਚਰਨਜੀਤ ਸਿੰਘ ਚੰਨੀ ਦੀ ਵਾਰੀ ਆਈ ਤੇ ਅਸੀਂ ਕਹਿ ਦਈਏ ਬਕਾਇਦਾ ਤੌਰ ਤੇ ਜਾਖੜ ਸਾਹਿਬ ਦੀ ਜਿਹੜੀ ਰੇਖ 'ਚ ਮੇਖ ਕਿਸੇ ਹੋਰ ਨੇ ਨਹੀਂ ਮਾਰੀ, ਉਹਨਾਂ ਦੀ ਭੈਣ ਨੇ ਮਾਰੀ ਆ। ਅੰਬਿਕਾ ਸੋਨੀ ਨੇ ਕਿਹਾ ਨਹੀਂ ਪੰਜਾਬ ਦਾ ਮੁੱਖ ਮੰਤਰੀ ਕੋਈ ਸਿੱਖ ਹੋਣਾ ਚਾਹੀਦਾ ਤੇ ਰੇਖ 'ਚ ਮੇਖ ਅੰਬਿਕਾ ਸੋਨੀ ਨੇ ਮਾਰੀ, ਕਿਸੇ ਨੇ ਮਾਰੀ। ਸਾਰੇ ਰਾਜੀ ਸੀ, ਬਣਾ ਦਿਓ ਇਹਨਾਂ ਨੂੰ। ਉਸ ਤੋਂ ਬਾਅਦ ਸਾਹਿਬ ਨਾਲ ਚੱਲਿਆ, ਸੁੱਖੀ ਰੰਧਾਵੇ ਨੇ ਆਪਣੇ ਘਰ ਲੱਡੂ ਵੀ ਵੰਡ ਦਿੱਤੇ ਸੀਗੇ ਵੀ ਆਪਾਂ ਮੁੱਖ ਮੰਤਰੀ ਬਣ ਗਏ ਸਮਝੋ, ਲੇਕਿਨ ਸਿੱਧੂ ਸਾਹਿਬ ਨੇ ਵਿੱਚ ਪੰਗਾ ਪਾਤਾ। ਜਦੋਂ 2 ਗੱਡੀਆਂ 'ਚ ਵੱਖਰੇ ਗਿਆ ਤੇ ਇਹਨਾਂ ਆਪਣਾ ਹਾਈਕਮਾਂਡ ਨੂੰ ਕਿਹਾ ਵੀ ਜੇ ਸੁੱਖੀ ਰੰਧਾਵਾ ਬਣ ਸਕਦਾ ਫਿਰ ਮੈਂ ਕਿਉਂ ਨਹੀਂ। ਉਹਨਾਂ ਫਿਰ ਪੰਜਾਬ ਭਵਨ ਜਾ ਕੇ ਰੋਤਾ ਸਮਾਗਮ ਵੀ ਨਹੀਂ ਵਜੇ ਤਾਜ ਪੁੱਛੀ ਕੁਛ ਨਹੀਂ ਕਰਨਾ ਇਹਨਾਂ ਦਾ। ਜਦੋਂ ਰੋਕਿਆ ਗਿਆ ਤੇ ਫਿਰ ਇਹਨਾਂ ਦੀ ਸਾਰਿਆਂ ਦੀ ਸਹਿਮਤੀ ਨਾਲ ਚੰਨੀ ਦੇ ਨਾਂ ਤੇ ਸਹਿਮਤੀ ਜਾਖੜ ਨੇ ਵੀ ਦਿੱਤੀ ਆ, ਸੁੱਖੀ ਨੇ ਵੀ ਦਿੱਤੀ ਆ ਤੇ ਬਕਾਇਦਾ ਤੌਰ ਤੇ ਸਿੱਧੂ ਨੇ ਦਿੱਤੀ, ਇਹਨੂੰ ਬਣਾ ਦਿਓ। ਫਿਰ ਉਹ ਬਣਿਆ, ਫਿਰ ਉਹਨੂੰ ਐਲਾਨ ਕੀਤਾ ਗਿਆ। ਇਸ ਕਰਕੇ ਉਹਨਾਂ ਨੂੰ ਇੱਕ ਲਾਟਰੀ ਨਿਕਲੀ ਸੀਗੀ, ਜਿਹੜਾ ਬੰਦਾ 2 ਵਾਰੀ ਆਪਣੀ ਮਿਊਨਿਸਪੈਲਿਟੀ ਦਾ ਪ੍ਰਧਾਨ ਰਿਹਾ ਹੋਵੇ, ਜਿਹੜਾ 2007 ਦੇ ਵਿੱਚ ਟਿਕਟ ਨਾ ਮਿਲਣ ਕਰਕੇ ਆਜ਼ਾਦ ਜਿੱਤਿਆ ਹੋਵੇ, 2012 'ਚ ਫਿਰ ਕਾਂਗਰਸੀ ਟਿਕਟ ਤੇ 2017 'ਚ ਫਿਰ ਕਾਂਗਰਸੀ ਟਿਕਟ ਤੇ ਜਿੱਤਿਆ ਹੋਵੇ, ਜਿਹਦਾ ਏਡਾ ਲੰਮਾ ਪੋਲੀਟੀਕਲ ਸਫ਼ਰ ਹੋਵੇ ਤੇ ਜਿਹਨੂੰ ਐਲਾਨ ਦਿੱਤਾ ਤੇ ਮਾੜਾ ਕੀ ਕੀਤਾ। ਉਦੋਂ ਤੇ ਐਲਾਨ ਤਾਂ ਉਦੋਂ ਤੋਂ ਗਿਆ ਬੜਾ ਖਬਰਾਂ ਛਪੀਆਂ ਵੀ ਰਾਹੁਲ ਗਾਂਧੀ ਨੇ ਛਿੱਕਾ ਮਾਰਿਆ, ਛਿੱਕਾ ਇੱਕ ਦਲਿਤ ਨੂੰ ਸੌਂਪ ਕੇ। ਕਿਉਂ ਬੀਜੇਪੀ ਕਹਿੰਦੀ ਸੀ ਸਾਡੀ ਸਰਕਾਰ ਬਣੂਗੀ ਦਲਿਤ ਨੂੰ ਮੁੱਖ ਮੰਤਰੀ ਬਣਾਵਾਂਗੇ, ਅਕਾਲੀ ਕਹਿੰਦੇ ਡਿਪਟੀ ਮੁੱਖ ਮੰਤਰੀ ਬਣਾਵਾਂਗੇ, ਤੇ ਜਿਹੜੀ ਕੇਜਰੀਵਾਲ ਸੀ ਵੀ ਕਹਿੰਦਾ ਡਿਪਟੀ ਮੁੱਖ ਮੰਤਰੀ ਬਣਾਵਾਂਗੇ, ਤੇ ਉਹਨਾਂ ਅਗਲਾ ਮੰਤਰੀ ਮੁੱਖ ਮੰਤਰੀ ਬਣਾ ਕੇ ਰੱਖਤਾ। ਲੋ ਜੀ ਦੱਸੋ ਦੂਗਾ ਕਿੱਥੇ ਚਲਾਉਣਾ ਤੁਸੀਂ। ਹੁਣ ਚੰਨੀ ਹੋਰਾਂ ਦੀ ਜਿਹੜੀ 3 ਸਾਲ ਦੀ 3 ਮਹੀਨਿਆਂ ਦੀ ਕਾਰਗੁਜ਼ਾਰੀ ਸੀ ਸੰਤੁਸ਼ਟੀਜਨਕ ਰਹੀ। ਭਾਵੇਂ ਉਹਨਾਂ ਤੇ ਸੰਗੀਨ ਇਲਜ਼ਾਮ ਲਾਏ ਗਏ ਵੀ ਉਹਨਾਂ ਦੇ ਭਤੀਜੇ ਦੇ ਬਕਾਇਦਾ ਤੌਰ ਤੇ ਉਹਦੇ ਕੋਲ ਪੈਸੇ ਫੜੇ ਗਏ, ਉਹਦੇ ਕੋਲ ਡਾਕੂਮੈਂਟਸ ਫੜੇ ਗਏ, ਉਹਦੀ ਪ੍ਰਾਪਰਟੀ ਕਰੋੜਾਂ ਦੀ ਸੀ। ਮੈਂ ਇੱਥੇ ਆਪਣੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਪਸ਼ਟ ਕਰ ਦਿਆਂ, ਉਹਦਾ ਜਿਹੜਾ ਭਤੀਜਾ ਜਾਂ ਭਣੇਵਾ ਸਾਲੀ ਦਾ ਮੁੰਡਾ, ਉਹ ਰੇਤ ਦਾ ਕੰਮ, ਉਹ ਸੈਂਡ ਦਾ ਕੰਮ ਨਵਾਂ ਨਹੀਂ ਕਰਨ ਲੱਗਾ ਕੋਈ, ਉਹ ਕੰਮ ਅਕਾਲੀਆਂ ਸਰਕਾਰ ਵੇਲੇ ਵੀ ਕਰਦਾ ਰਿਹਾ ਤੇ ਬਕਾਇਦਾ ਤੌਰ ਤੇ ਕਾਂਗਰਸ ਸਰਕਾਰ ਦੇ ਵੇਲੇ ਵੀ ਕਰਦਾ ਰਿਹਾ। ਜੇ ਪਹਿਲਾਂ ਕਰਦਾ ਰਿਹਾ ਤੇ ਫਿਰ ਕੱਲਾ ਚੰਨੀ ਦੋਸ਼ੀ ਕਿਵੇਂ ਠਾ ਸਕਦੇ ਹੋ ਤੁਸੀਂ। ਹੁਣ ਚੰਨੀ ਹੋਰਾਂ ਦੇ ਉੱਤੇ ਇਲਜ਼ਾਮ ਲੱਗਾ, ਚੰਨੀ ਹੋਰਾਂ ਕਹਿਤਾ ਜਿਨ੍ਹਾਂ ਖਾਧੀਆਂ ਗਾਜਰਾਂ ਢਿੱਡ ਉਹਨਾਂ ਦੇ ਪੀੜ,
ਜਿਹਨੇ ਕੋਈ ਗਲਤ ਕੰਮ ਕੀਤਾ ਉਹ ਭੁਗਤੇ, ਮੈਨੂੰ ਇਹ 'ਚ ਨਾ ਘਸੀਟੋ। ਮੇਰਾ ਰਿਸ਼ਤੇਦਾਰ ਆ, ਮੇਰੇ ਰਿਸ਼ਤੇਦਾਰ ਤੇ ਮੇਰੇ ਮੇਰੇ ਘਰ ਆਉਣਾ ਵੀ ਆ, ਮੇਰੇ ਸਮਾਗਮਾਂ 'ਚ ਹੀ ਆਉਣਾ ਵਾ, ਸਭ ਜਗ੍ਹਾ ਮੇਰੇ ਨਾਲ ਆਉਣਾ। ਇਹ ਗੱਲ ਨੂੰ ਲੈ ਕੇ ਗੱਲਾਂ ਪਤਾ ਚੱਲਦੀ ਰਹੀਆਂ। ਅਖੀਰ ਦੇ ਉੱਤੇ ਇਹ ਫੈਸਲਾ ਹੋਇਆ ਵੀ ਚੰਨੀ ਹੋਰ ਦਾ ਨਾਂ ਅਨਾਉਂਸ ਕਰ ਦਿੱਤਾ ਜਾਵੇ। ਹੁਣ ਆਪਾਂ ਕਹੀਏ ਵੀ ਚੰਨੀ ਹੋਰ ਦਾ ਨਾਂ ਕਿਉਂ ਅਨਾਉਂਸ ਕੀਤਾ ਗਿਆ ਜੀ। ਪਹਿਲੀ ਗੱਲ ਤੇ 3 ਮਹੀਨੇ ਦੀ ਕਾਰਗੁਜ਼ਾਰੀ ਉਹਨਾਂ ਦੀ ਸੰਤੁਸ਼ਟੀਜਨਕ ਰਹੀ। ਦੂਸਰੀ ਗੱਲ ਕਿ ਪੰਜਾਬ ਦੇ ਵਿੱਚ 34% ਵੋਟਾਂ ਜਿਹੜੀਆਂ ਉਹ ਦਲਿਤਾਂ ਦੀਆਂ ਨੇ, 18% ਬਕਾਇਦਾ ਤੌਰ ਤੇ ਕਿਸਾਨਾਂ ਦੀਆਂ ਵੋਟਾਂ ਨੇ। ਉਹਦੇ ਵਿੱਚ 34% ਦੇ ਕਰੀਬ ਮੇਰੇ ਖਿਆਲ ਜਿਹੜੀ ਆ ਸਾਡੀ ਹਿੰਦੂ ਕਮਿਊਨਿਟੀ ਉਹਦੇ ਵਿੱਚ ਸਾਰੇ ਆ ਜਾਂਦੇ ਆ। ਇਹਦੇ ਵਿੱਚ ਜੇ ਤੁਸੀਂ ਕਰ ਲਓ ਤੇ ਉਹ 34% ਨੂੰ ਪ੍ਰੈਫਰ ਕਰਨਗੇ ਕਿ 18% ਨੂੰ ਕਰਨਗੇ, ਜਿਹਦੇ ਕਰਕੇ ਬਕਾਇਦਾ ਤੌਰ ਤੇ ਉਹਨੇ ਕਿਹਾ ਵੀ ਕਿਸਾਨ ਆਪਸ ਵਿੱਚ ਵੰਡੇ ਪਏ ਨੇ, ਕੋਈ ਕਾਂਗਰਸ ਨਾਲ ਜੁੜਿਆ, ਕੋਈ ਕਿਤੇ ਜੁੜਿਆ। ਜਿਹੜੇ ਦਲਿਤ ਆ ਇਹਨਾਂ ਦਾ ਧਰੁਵੀਕਰਨ ਕਰਨਾ ਬਹੁਤ ਸੌਖਾ। ਇਹ ਵੀ ਛੱਕਾ ਮਾਰਿਆ ਬਕਾਇਦਾ ਤੌਰ ਤੇ ਆਪਣੇ ਰਾਹੁਲ ਗਾਂਧੀ ਨੇ। ਲੋਕੀ ਮੈਂ ਨਾ ਵੀ ਜੇ 10 ਵੋਟਾਂ ਟੁੱਟਣੀਆਂ ਤੇ ਨਾਲ 15 ਜੋੜਨੀਆਂ ਇਹਨਾਂ ਦੇ ਹੈਗੀਆਂ। ਇਹਦੇ ਕਰਕੇ ਅਗਲੀ ਗੱਲ ਕਰਦੇ ਆਪਾਂ ਉਹਨਾਂ ਦੀਆਂ 2 ਸੀਟਾਂ ਲੜਨ ਦੀ। ਚਮਕੌਰ ਸਾਹਿਬ ਤੋਂ ਉਹ ਇਲੈਕਸ਼ਨ ਹਮੇਸ਼ਾ ਜਿੱਤਦੇ ਰਹੇ ਨੇ, ਅੱਜ ਵੀ ਚਮਕੌਰ ਸਾਹਿਬ ਤੋਂ ਇਲੈਕਸ਼ਨ ਜੇਤੂ ਨੇ। ਜੋ ਮਰਜ਼ੀ ਕਰ ਲੈਣ, ਜਿਹੜਾ ਮਰਜ਼ੀ ਰੌਲਾ ਪਾ ਦੇ, ਲੋਕਾਂ ਨੇ ਜਿਤਾ ਦੇਣਾ ਵੀ ਸਾਡਾ ਮੁੱਖ ਮੰਤਰੀ ਬਣਨਾ। ਭਦੌੜ ਕਿਉਂ ਗਏ? ਭਦੌੜ ਕਿਉਂ ਭੇਜਿਆ ਗਿਆ ਉਹਨਾਂ? ਭਦੌੜ ਪੈਂਦਾ ਵਾ ਸੰਗਰੂਰ ਡਿਸਟ੍ਰਿਕਟ ਦੇ, ਜਿੱਥੋਂ ਬਕਾਇਦਾ ਤੌਰ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਤੇ MP ਆ ਸੰਗਰੂਰ ਤੋਂ ਭਗਵੰਤ ਮਾਨ, ਉਹਦਾ ਹਲਕਾ ਪੈਂਦਾ ਵਾ। ਉਹ ਜਿਹੜੇ 9 ਹਲਕੇ ਆਉਂਦੇ ਨੇ ਲੋਕ ਸਭਾ ਹਲਕੇ ਦੇ ਵਿੱਚ, ਇੱਕ ਹਲਕਾ ਭਦੌੜ ਜਿਹੜਾ ਉਹ ਸੰਗਰੂਰ ਦਾ ਹੁੰਦਾ ਵਾ। ਉਸ ਹਲਕੇ 'ਚ ਖਲਾਅ ਪੈਦਾ ਹੋਇਆ ਸੀਗਾ। ਇਹਨਾਂ ਕੋਲੇ ਕੋਈ ਇਹੋ ਜਿਹਾ ਉਮੀਦਵਾਰ ਨਹੀਂ ਸੀ ਹੈਗਾ ਵੀ ਜਿਹੜਾ ਜਾ ਕੇ ਉੱਥੇ ਟੱਕਰ ਦੇ ਕੇ ਤੇ ਬਕਾਇਦਾ ਤੌਰ ਤੇ ਜਿਹੜਾ ਸੀ ਉਸ ਖਲਾਅ ਨੂੰ ਪੂਰਾ ਕਰ ਸਕੇ। ਇਸ ਕਰਕੇ ਉਹ ਆਪ ਨਹੀਂ ਗਿਆ, ਹਾਈ ਕਮਾਂਡ ਨੇ ਬਕਾਇਦਾ ਉਹਨੂੰ ਭਦੌੜ ਭੇਜਿਆ ਵਾ। ਪਹਿਲਾਂ ਮਹਿਲ ਕਲਾਂ ਦੀ ਗੱਲ ਚੱਲਦੀ ਸੀ, ਜਦੋਂ ਫਿਰ ਜਿਹੜਾ ਸਾਡੇ ਆਪਣੇ ਭਗਵੰਤ ਮਾਨ ਵਾਲੀ CM ਦੇ ਚਿਹਰੇ ਅਨਾਉਂਸ ਕੀਤੇ ਗਏ ਤੇ ਫਿਰ ਭਦੌੜ ਦੀ ਗੱਲ ਚੱਲ ਪਈ, ਭਦੌੜ ਖੜਾ ਕਰ ਦਿਓ ਇਹਨਾਂ ਨੂੰ। ਭਦੌੜ ਦੇ ਵਿੱਚ ਬਕਾਇਦਾ ਤੌਰ ਤੇ ਇਹਨਾਂ ਜਿਹੜਾ ਪਹਿਲਾ ਉਮੀਦਵਾਰ ਸੀ ਉਹਦੇ ਤੇ ਹੱਕ 'ਚ ਖੜਾ ਹੀ ਖੜਾ ਹੋਇਆ ਸੀ। ਉਹ ਪਹਿਲਾਂ ਜਿੱਤਿਆ ਸੀ ਪਿਰਮਲ ਸਿੰਘ ਖਾਲਸਾ ਉੱਥੋਂ ਆਮ ਆਦਮੀ ਪਾਰਟੀ ਦਾ, ਉਹਦੇ ਨਾਲ ਹੈਗਾ ਵਾ। ਤੇ ਜਿਹੜਾ ਉਹਦਾ ਵਿਰੋਧੀ ਸੀਗਾ ਬਕਾਇਦਾ ਤੌਰ ਤੇ ਦੂਸਰੇ ਨੰਬਰ ਤੇ ਰਿਹਾ ਸੀ ਅਕਾਲੀ ਦਲ ਦਾ ਉਮੀਦਵਾਰ ਦਰਬਾਰਾ ਸਿੰਘ ਗੁਰੂ, ਉਹ ਵੀ ਅਕਾਲੀ ਦਲ ਛੱਡ ਕੇ ਤੇ ਕਾਂਗਰਸ ਜੁਆਇਨ ਕਰ ਗਿਆ ਤੇ ਹੁਣ ਉੱਥੇ ਕੰਮ ਕਰ ਰਿਹਾ। ਹਾਕਮ ਧਿਰ ਦੀ ਵੀ ਤੇ ਵਿਰੋਧੀ ਧਿਰ ਦੀ ਵੀ ਜਦੋਂ ਵੋਟਾਂ ਰਲ ਜਾਣਗੀਆਂ ਤੇ ਫਿਰ ਉਹਨਾਂ ਦਾ ਉੱਥੋਂ ਹਾਰਨਾ ਜਿਹੜਾ ਬੜਾ ਮੁਸ਼ਕਲ ਆ, ਉਹ ਜਿੱਤੂ ਕਰ ਦਿੱਤੇ ਜਾਣਗੇ ਤੇ ਉਹਨਾਂ ਦੇ ਧੱਕੇ ਨਾਲ 2-4 ਸੀਟਾਂ ਹੋਰ ਨਿਕਲ ਜਾਣਗੀਆਂ ਉੱਥੋਂ। ਜਿਹੜਾ ਖਲਾਅ ਪੈਦਾ ਹੋਇਆ ਉਹਨੂੰ ਪੂਰਾ ਕਰਨ ਵਾਸਤੇ ਭੇਜਿਆ ਗਿਆ। ਹੁਣ ਚੰਨੀ ਹੋਰੀ ਜਿਹੜੇ ਨੇ, ਚੰਨੀ ਹੋਰਾਂ ਸਟੇਜ ਤੋਂ ਕੀ ਗਿਆ? ਪਹਿਲੀ ਗੱਲ ਤੇ ਜਦੋਂ ਅਨਾਉਂਸ ਹੋਇਆ ਕੁਰਸੀ ਤੋਂ ਉੱਠੇ ਤੇ ਜੀ ਜਨਤਾ ਜਨਾਰਦਨ ਸਾਹਮਣੇ ਬੈਠੀ ਸੀਗੀ, ਉਹਨਾਂ ਨੂੰ ਮੱਥਾ ਟੇਕਿਆ ਕਿ ਤੁਹਾਡੀ ਵਜ੍ਹਾ ਕਰਕੇ ਮੈਂ ਮੁੱਖ ਮੰਤਰੀ ਅਨਾਉਂਸ ਹੋਇਆ, ਦੁਬਾਰਾ ਮੈਂ ਮੁੱਖ ਮੰਤਰੀ ਬਣ ਰਿਹਾ। ਉਹਨਾਂ ਨੇ ਇੰਨੀ ਗੱਲ ਕਹੀ ਕਿ ਸਿੱਧੂ ਸਾਹਿਬ ਮੇਰੇ ਵੱਡੇ ਭਰਾ ਨੇ, ਜਿਹੜਾ ਉਹ ਏਜੰਡਾ ਲੈ ਕੇ ਆਇਆ ਕੱਲ ਨੂੰ ਸਾਡੀ ਸਰਕਾਰ ਬਣਦੀ ਆ, ਉਹ ਏਜੰਡਾ ਸਿੱਧੂ ਸਾਹਿਬ ਦਾ ਲਾਗੂ ਕੀਤਾ ਜਾਵੇਗਾ। ਜੇ ਸਿੱਧੂ ਸਾਹਿਬ ਨੇ ਜਦੋਂ ਉੱਠੇ ਉਹਨਾਂ ਨੇ ਵੀ ਬੜਾ ਕੁਝ ਕਿਹਾ। ਉਹਨਾਂ ਨੇ ਕੁਝ 1-2 ਸ਼ੇਰ ਕਹੇ ਸੀ, हर समय नदी की बाढ़ आगे सब चुक जाया करते हैं, हम समय तूफान के बड़ प्रबल वक्त भी चुक जाया करते हैं, अक्सर दुनिया के लोग समय में चक्कर खाया करते हैं, कुछ राहुल जैसे होते हैं जो एक गरीब दलित को पंजाब का मुख्यमंत्री बनाया करते हैं। पूरी राहुल की तारीफ करती, चन्नी की तारीफ करती, अपनी तारीफ कर ली। इस करके उन्होंने 1-2 शेर होर भी इस तरह कहे सीगे। उन्होंने इन्नी गल कही फिर अपनी स्टेज तो, कहते भी मैनू दर्शनी घोड़ा ना बनाओ। दर्शनी घोड़ा मतलब है मैनू इलैक्शन हो गई आ, प्रचार करा लिया, मुड़ के खुडे लैन ला दो। इसे करके वो कहते मैं आम आदमी पार्टी छड्डी सी। आम आदमी पार्टी ने जो मैनू बुलाया, मैं कहा तू मेरे को जाके जो तुसीं आओ, तो मैं घर गया ते मैनू आंदा दसो जी गलबात चलती। मैनू कहता जी तुसीं साडी पार्टी शामिल हो जाओ, साडी पार्टी शामिल हो जाओ, तो तुहाडी जिहड़ी पत्नी है ना उहनूं इलैक्शन लड़ावांगे, तो उहनूं सेहत मंत्री बनावांगे अपनी सरकार दे विच। ते सिद्धू कहता मेरा की रोल होगा? कहंदे तुसीं साडे स्टार प्रचारक होगे। कहता मैं उत्थों ही नीत वेख ली इहदी ते मैं उत्थों वापस आ गया ते आके मैं कांग्रेस ज्वाइन कर ली।
ਕਾਂਗਰਸ ਨੇ ਮੈਨੂੰ ਬੜਾ ਮਾਣ ਦਿੱਤਾ ਵਾ, ਸਤਿਕਾਰ ਦਿੱਤਾ ਵਾ, ਲੇਕਿਨ ਇੱਕ ਮੈਂ ਬੇਨਤੀ ਕਰੂੰਗਾ, ਮੈਂ ਪੰਜਾਬ ਦੇ ਵਿਕਾਸ ਦੀ ਗੱਲ ਕਰਦਾ, ਪੰਜਾਬ ਨੂੰ ਹੱਸਦਾ ਵਸਦਾ ਵੇਖਣਾ ਚਾਹੁੰਦਾ ਵਾਂ, ਇਸੇ ਕਰਕੇ ਮੈਂ ਬੀਜੇਪੀ ਛੱਡੀ ਹੈ। ਤੇ ਮੇਰਾ ਜਿਹੜਾ ਏਜੰਡਾ ਮੈਂ ਲੈ ਕੇ ਆਇਆ, ਜੇ ਉਹ ਲਾਗੂ ਕਰ ਦਿਓਗੇ ਤੇ ਪੰਜਾਬ ਦੇ ਕਰਜ਼ੇ ਵੀ ਲੈ ਜਾਣਗੇ ਤੇ ਪੰਜਾਬ ਖੁਸ਼ਹਾਲ ਵੀ ਹੋ ਜਾਏਗਾ ਤੇ ਪੰਜਾਬ ਦੀ ਜਿਹੜੀ ਪ੍ਰਵਾਸ ਹੋ ਰਿਹਾ ਪੰਜਾਬ 'ਚ ਉਹ ਵੀ ਰੁਕ ਜਾਏਗਾ। ਜੀ ਜੀ ਪੱਟੀ ਸਾਹਿਬ ਜੀ, ਮੈਨੂੰ ਐਵੇਂ ਲੱਗਦਾ ਕਿ ਕਾਂਗਰਸ ਹਾਈਕਮਾਂਡ ਨੇ ਸਿੱਧੂ ਸਾਹਿਬ ਨੂੰ ਪਹਿਲਾਂ ਭਰੋਸੇ ਦੇ ਵਿੱਚ ਲਿਆ ਹੋਵੇਗਾ ਕਿ ਤੁਹਾਡਾ ਜਿਹੜਾ ਏਜੰਡਾ ਆ ਉਹ ਜ਼ਰੂਰ ਲਾਗੂ ਕੀਤਾ ਜਾਏਗਾ। ਅਗਰ ਭਰੋਸੇ ਦੇ ਵਿੱਚ ਨਾ ਲੈਂਦੇ ਤੇ ਹੋ ਸਕਦਾ ਕਿ ਮੇਰੇ ਮੁਤਾਬਕ ਜਿਹੜੀ ਗੱਲ ਹੋ ਸਕਦੀ ਕਿ ਸਿੱਧੂ ਸਾਹਿਬ ਕੋਈ ਨਾ ਕੋਈ ਪੰਗਾ ਪਾ ਸਕਦੇ ਸੀਗੇ। ਚਲੋ ਖੈਰ, ਕੁਝ ਵੀ ਹੈ ਕਿ ਏਜੰਡਾ ਜਿਹੜਾ ਉਹ ਲਾਗੂ ਹੋਵੇਗਾ। ਪੋਲਿਟਿਕਸ ਦੇ ਵਿੱਚ ਬੜਾ ਕੁਝ ਹੁੰਦਾ ਹੈ, ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋਵੇਗਾ, ਕਿਹੜੀ ਸਰਕਾਰ ਬਣਦੀ ਹੈ, ਕਿਹੜਾ ਮੁੱਖ ਮੰਤਰੀ ਬਣਦਾ ਆ। ਗੱਲ ਇੱਕ ਖਬਰ ਬਹੁਤ ਹੀ ਵੱਡੀ ਖਬਰ ਇੱਕ ਹੋਰ ਆ ਰਹੀ ਆ ਜੀ ਪੱਟੀ ਸਾਹਿਬ ਸਾਹਮਣੇ। ਉਧਰੋਂ ਤੇ ਚੋਣਾਂ ਦਾ ਟਾਈਮ ਆ ਜੀ, ਵੋਟਾਂ ਦਾ ਟਾਈਮ ਆ, ਤੇ ਦੂਸਰੇ ਪਾਸੇ ਜਿਹੜੇ ਪਰੋਲ ਮਿਲ ਗਈ ਆ ਜੀ ਰਾਮ ਰਹੀਮ ਨੂੰ, ਪਰੋਲ ਮਿਲ ਗਈ ਆ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਤੋਂ ਬਾਅਦ ਆਪਾਂ ਬ੍ਰੇਕ ਜਿਹੜੀ ਅਸੀਂ ਜ਼ਰੂਰ ਲਵਾਂਗੇ। ਪਿਆਰੇ ਦਰਸ਼ਕੋ, ਜਿਹੜੀ ਪਰੋਲ ਮਿਲ ਚੁੱਕੀ ਆ ਰਾਮ ਰਹੀਮ ਨੂੰ, ਖਾਸ ਕਰਕੇ ਵੋਟਾਂ ਦੇ ਦਿਨਾਂ ਦੇ ਵਿੱਚ, ਇਲੈਕਸ਼ਨ ਦੇ ਦਿਨਾਂ ਦੇ ਵਿੱਚ, ਪੱਟੀ ਸਾਹਿਬ ਜੀ ਕੀ ਕਹਿਣਾ ਚਾਹੋਗੇ? ਵੇਖੋ, ਜਿਹੜੀ ਚੋਣਾਂ 'ਚ ਪਰੋਲ ਮਿਲੀ ਆ ਉਹ ਮਿਲੀ ਚੋਣਾਂ ਕਰਕੇ। ਪਹਿਲੀ ਗੱਲ ਤੇ ਇਹ ਆ ਵੀ ਰਾਮ ਰਹੀਮ ਨੂੰ ਜੇਲ੍ਹ 'ਚ ਸੁੱਟਣ ਦੀ ਲੋੜ ਕਿਉਂ ਪੈ ਗਈ ਜੀ? ਲੋੜ ਇਸ ਕਰਕੇ ਪਈ ਵੀ ਉਹਦੀ ਜਿਹੜੇ ਫਾਲੋਅਰ ਸੀ ਬਹੁਤ ਜ਼ਿਆਦਾ ਵੱਧਦੇ ਜਾ ਰਹੇ ਸੀਗੇ, ਉਹਦੇ ਵਿੱਚ RSS ਨੂੰ ਖਤਰਾ ਪੈਦਾ ਹੋ ਰਿਹਾ ਸੀਗਾ। ਉਹਨਾਂ ਸੋਚਿਆ ਵੀ ਇਦਾਂ ਨਹੀਂ ਰੁਕਣਾ, ਇਹਨੂੰ ਜੇਲ੍ਹ ਸੁੱਟ ਦਿਓ। ਲੇਕਿਨ ਜੇਲ੍ਹ ਸੁੱਟਣ ਦੇ ਬਾਵਜੂਦ ਵੀ ਉਹਦੇ ਫਾਲੋਅਰ 'ਚ ਕੋਈ ਬਹੁਤਾ ਜ਼ਿਆਦਾ ਜਿਹੜਾ ਵਾ ਘਾਟਾ ਨਹੀਂ ਹੋਇਆ। ਉਹਨੂੰ 5-7-10% ਜਿਹੜਾ ਸੀ ਜ਼ਰੂਰ ਘਟੇ, ਬਾਕੀ ਸਭ ਉਸੇ ਤਰ੍ਹਾਂ ਉਸੇ ਚੱਲਦਾ ਉਹਦਾ। ਹੁਣ ਉਹਨੂੰ ਪਰੋਲ ਉਹਨੇ ਅਜੇ ਦੀ ਤੀਜੀ ਵਾਰੀ ਪਰੋਲ ਮੰਗੀ। ਉਹਨੇ 2 ਵਾਰੀ 3 ਵਾਰੀ ਪਰੋਲ ਦੀ ਰੱਦ ਕਰ ਦਿੱਤੀ ਗਈ। 2-3 ਵਾਰੀ ਉਹ ਹਸਪੀਟਲ ਗਿਆ, ਇੱਕ ਵਾਰੀ ਦਿੱਲੀ ਗਿਆ, ਇੱਕ ਵਾਰੀ ਵਿਦਾਂਤਾ ਗਿਆ, ਗੁੜਗਾਉਂ ਗਿਆ, ਚੈਕਿੰਗ ਵਾਸਤੇ ਗਿਆ। ਇੱਕ ਵਾਰੀ ਉਹਨੇ ਆਪਣੀ ਮਾਂ ਦੇ ਜਿਹੜੇ ਅਸੀਂ ਆਪਰੇਸ਼ਨ ਦੀ ਗੱਲ ਕੀਤੀ ਵੀ ਮੈਨੂੰ ਮੇਰੀ ਮਾਂ ਦਾ ਆਪਰੇਸ਼ਨ ਛੁੱਟੀ ਦਿੱਤੀ ਜਾਵੇ, ਪਰ ਨਾ ਕਰ ਦਿੱਤੀ ਕਿ ਵੀ ਨਹੀਂ, ਤੈਨੂੰ ਪਰੋਲ ਨਹੀਂ ਮਿਲ ਸਕਦੀ। ਹੁਣ ਬਕਾਇਦਾ ਤੌਰ ਤੇ ਉਹਨੂੰ 21 ਦਿਨ ਦੀ ਪਰੋਲ ਦਿੱਤੀ ਗਈ ਤੇ ਅੱਜ ਸੌਦਾ ਸਾਧ ਬਾਹਰ ਆ ਜਾਏਗਾ ਤਾਂ ਆਪਣੇ ਚੇਲਿਆਂ ਨੂੰ ਕਹੇ ਭਾਈ ਵੋਟ ਬੀਜੇਪੀ ਨੂੰ ਪਾਇਓ, ਬੀਜੇਪੀ ਗੇਨ ਕਰੇਗੀ। ਹੁਣ ਬੀਜੇਪੀ ਚੋਣਾਂ 'ਚ ਵਰਤੇਗੀ ਉਹਨੂੰ। ਬੀਜੇਪੀ ਨੂੰ ਪਤਾ ਵੀ ਕੁਝ ਸੀਟਾਂ 15 ਹੈਗੀਆਂ ਜਿਹੜੀਆਂ ਪੂਰੀ ਦੀਆਂ ਪੂਰੀ ਤੇ ਜਿਹੜੀਆਂ ਉਹ ਇਹਦੇ ਸ਼ਰਧਾਲੂਆਂ ਦੇ ਜਿਹੜੀਆਂ ਉਹ ਘੇਰੀ ਚਾਉਂਦੀਆਂ ਨੇ ਮਾਲਵੇ ਦੇ ਵਿੱਚ। ਮਾਲਵੇ 'ਚ 69 ਸੀਟਾਂ ਦੀ ਸਿਰਫ ਇੱਕ ਮੁਕਤਸਰ ਨੂੰ ਛੱਡ ਲਓ, ਇੱਕ ਫਾਜ਼ਿਲਕਾ ਨੂੰ ਛੱਡ ਲਓ, ਇੱਕ ਫਿਰੋਜ਼ਪੁਰ ਨੂੰ ਛੱਡ ਲਓ, ਇਹ ਜ਼ਿਲ੍ਹੇ ਛੱਡ ਕੇ ਬਾਕੀ ਲਗਭਗ ਹਰ ਜ਼ਿਲ੍ਹੇ ਦੇ ਵਿੱਚ ਇਹਨਾਂ ਦੀਆਂ ਕੁਛ ਨਾ ਕੁਛ ਵੋਟਾਂ ਹੈਗੀਆਂ। ਬਠਿੰਡੇ ਜ਼ਿਲ੍ਹੇ ਲਗਭਗ ਸਾਰੀਆਂ ਵੋਟਾਂ ਉਹਨਾਂ ਦੀਆਂ ਨੇ। ਇਸ ਕਰਕੇ ਉਹਨਾਂ ਨੇ ਸੋਚਿਆ ਵੀ ਅਸੀਂ ਇਹਦੀ ਪਰੋਲ ਦੇ ਕੇ ਤੇ ਇਹਦਾ ਕੋਈ ਫਾਇਦਾ ਲੈ ਲਈਏ ਤੇ ਪਰੋਲ ਦਿੱਤੀ ਗਈ ਇਸ ਕਰਕੇ। ਅਦਰਵਾਈਜ਼ ਸ਼ਾਇਦ ਜੇ ਚੋਣਾਂ ਹੁੰਦੀਆਂ ਉਹਨੂੰ ਪਰੋਲ ਨਹੀਂ ਮਿਲਣੀ ਸੀ, ਲੇਕਿਨ ਇਹਦਾ ਸਿਆਸੀਕਰਨ ਕੀਤਾ ਜਾ ਰਿਹਾ, ਕਾਨੂੰਨ ਦਾ ਸਿਆਸੀਕਰਨ ਕੀਤਾ ਜਾ ਰਿਹਾ। ਕਹਿ ਲਈਏ ਤਾਂ ਕੋਈ ਹੱਥ ਕਤਰੀ ਨਹੀਂ ਹੋਊਗੀ। ਹੁਣ ਪਰੋਲ ਤੇ ਬਾਹਰ ਆਉਣ ਤੋਂ ਬਾਅਦ ਉਹ ਕੀ ਗੁੱਲ ਖਲੋਂਦਾ ਵਾ, ਆਪਣੇ ਡੇਰੇ 'ਚ ਰਹਿੰਦਾ, ਬਾਹਰ ਜਾ ਕੇ ਪ੍ਰਚਾਰ ਕਰਦਾ ਵਾ, ਲੋਕਾਂ 'ਚ ਇਹਦੀ ਕੀ ਰਿਜ਼ੈਂਟਮੈਂਟ ਹੁੰਦੀ ਆ ਕਿ ਖੁਸ਼ੀ ਮਨਾਈ ਜਾਂਦੀ ਆ, ਇਹਦਾ ਸਮਾਂ ਦੱਸੂਗਾ। ਲੇਕਿਨ ਮੈਂ ਸੋਚਦਾ ਵਾਂ ਵੀ ਜਿਹਦੇ ਤੇ ਇੰਨੇ ਸੰਗੀਨ ਇਲਜ਼ਾਮ ਹੋਣ, 2-3 ਕੇਸ ਅਜੇ ਹੋਰ ਅਦਾਲਤ ਵਿੱਚ ਚੱਲਦੇ ਹੋਣ, ਜਿਨ੍ਹਾਂ ਦੇ ਬੜੀ ਜਲਦੀ ਜਿਹੜੇ ਸੀ ਉਹਨਾਂ ਦੇ ਹੁਕਮ ਆਉਣ ਵਾਲੇ ਨੇ, ਉਸ ਮੌਕੇ ਉਹਨੂੰ ਪਰੋਲ ਦਿੱਤੀ ਜਾਣੀ ਉਹ ਕੋਈ ਬਹੁਤੀ ਸੁਖਾਵੀ ਨਹੀਂ। ਤੁਹਾਨੂੰ ਪਤਾ ਹੋਏਗਾ ਸਿੱਟ ਨੇ ਇੰਨੀ ਗੱਲ ਕਹੀ ਸੀ ਵੀ ਸਾਨੂੰ ਇਹ ਸਹਿਯੋਗ ਨਹੀਂ ਕਰ ਰਿਹਾ, ਅਸੀਂ ਇਹਨੂੰ ਬਕਾਇਦਾ ਤੌਰ ਤੇ ਅਰੈਸਟ ਕਰਨਾ ਚਾਹੁੰਦੇ ਹਾਂ। ਕੋਰਟ ਨੇ ਕਹਿਤਾ ਜੀ ਬਿਲਕੁਲ ਨਹੀਂ, ਜਿਹੜੀ ਵੀ ਪੁੱਛ ਪੜਤਾਲ ਤੁਸੀਂ ਕਰਨੀ ਆ ਉਹ ਬਕਾਇਦਾ ਤੌਰ ਤੇ ਜੇਲ੍ਹ ਜਾ ਕੇ ਕਰ ਸਕਦੇ ਹੋ। ਸਿੱਟ ਨੇ ਇੰਨੀ ਗੱਲ ਕਹੀ ਸੀ ਕਿ ਅਸੀਂ ਪੂਰੇ ਪ੍ਰਬੰਧ ਕੀਤੇ ਆ, 35,000 ਪੁਲਿਸ ਵਾਲੇ ਲਾਤੇ ਨੇ, ਬਕਾਇਦਾ ਤੌਰ ਤੇ ਕਰ ਲਏ, ਕਿਸੇ ਕਿਸਮ ਦੀ ਕੋਈ ਹੱਲਾ ਗੁੱਲਾ ਨਹੀਂ ਹੋ ਦਿੱਤਾ। ਉਹ ਨਹੀਂ ਕਰਨਾ, ਅਸੀਂ ਇਹ ਰਿਸਕ ਲੈਣਾ ਹੀ ਕੋਈ ਨਹੀਂ ਗਿਆ। ਜਦੋਂ 20 ਦਿਨ 25 ਦਿਨ ਪਹਿਲਾਂ ਤਾਂ ਅਦਾਲਤ ਕਹਿ ਰਹੀ ਹੈ ਤੇ ਹੁਣ ਅਦਾਲਤ ਜੇ ਉਹਨੂੰ ਪਰੋਲ ਦਿੰਦੀ ਹੈ ਤੇ ਫਿਰ ਤੁਹਾਨੂੰ ਪਤਾ ਹੀ ਹੈ ਪਿਛਲੇ ਪਾਸੇ ਕੌਣ। ਸਾਡਾ ਜਿਹੜਾ ਹਿੰਦੁਸਤਾਨ ਦਾ ਕਾਨੂੰਨ ਆ, ਭਾਰਤ ਦਾ ਕਾਨੂੰਨ ਆ, ਉਹ ਮੋਮ ਦਾ ਨੱਕ ਹੈ ਜੀ, ਜਿਹੜੇ ਪਾਸੇ ਮਰਜ਼ੀ ਮਰੋੜ ਲਓ ਤੁਸੀਂ। ਜੀ ਪੱਟੀ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਜੀ। ਤੁਸੀਂ ਸਾਡੇ ਨਾਲ ਖਬਰਾਂ ਦੀ ਸਾਂਝ ਪਾਈ ਹੈ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੋਂ ਪਿਆਰੇ ਦਰਸ਼ਕੋ, ਆਓ ਅਸੀਂ ਵੱਧਦੇ ਹਾਂ ਇੱਕ ਬ੍ਰੇਕ ਵੱਲ, ਤੇ ਬ੍ਰੇਕ ਤੋਂ ਬਾਅਦ ਸਾਡਾ ਪ੍ਰੋਫੈਸਰ ਸੁਖਵਿੰਦਰ ਸਿੰਘ ਜੀ
ਉਹ ਜੁੜੇ ਹੋਏ ਨੇ, ਗੱਲਬਾਤ ਉਹਨਾਂ ਨਾਲ ਕਰਾਂਗੇ। ਆਓ ਆਪਾਂ ਇੱਕ ਲਈਏ ਬ੍ਰੇਕ ਜੀ।